हाँ जी, स्वागत है ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਐਗਜ਼ਾਮ ਸਟੱਡੀ ਵਿਦ ਜੋਬ ਅਲਰਟ ਤੇ। ਸੋ ਮਾਸਟਰ ਕੇਡਰ ਅਪਕਮਿੰਗ ਐਗਜ਼ਾਮ 2021। ਸੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਏਗਾ ਕਿ 10,880 ਪੋਸਟਾਂ ਦਾ ਜਿਹੜਾ ਐਲਾਨ ਕੀਤਾ ਹੈ, ਪ੍ਰਵਾਨਗੀ ਮਿਲੀ ਹੈ, ਪਰ ਨੋਟੀਫਿਕੇਸ਼ਨ ਹਾਲੇ ਆਊਟ ਨਹੀਂ ਹੋਇਆ। ਸੋ ਪਹਿਲਾਂ ਇਹ ਕਲਾਸ ਜਿਹੜੀ ਸਟਾਰਟ ਕੀਤੀ ਗਈ ਹੈ। ਸੋ ਤੀਜਾ ਭਾਗ ਅਗਲੇ ਨਵੇਂ MCQ ਪ੍ਰਸ਼ਨ ਉੱਤਰ ਲੈ ਕੇ ਆਏ ਹਾਂ। ਮਾਸਟਰ ਕੇਡਰ SST ਜਿਹਨੂੰ ਆਪਾਂ ਸੋਸ਼ਲ ਸਟੱਡੀ ਕਹਿੰਦੇ ਹਾਂ, ਸੋਸ਼ਲ ਸਾਇੰਸ ਵੀ ਕਹਿੰਦੇ ਹਾਂ, ਜਿਹਦੇ ਵਿੱਚ ਹਿਸਟਰੀ, ਜੀਓਗ੍ਰਾਫੀ ਅਤੇ ਪੋਲਿਟੀ। ਸੋ ਤਿੰਨੋਂ ਸਬਜੈਕਟ ਦੇ ਕੁਐਸਚਨ ਜਿਹੜੇ ਤੁਹਾਨੂੰ ਕਰਵਾਵਾਂਗੇ, ਜੋ ਮੋਸਟ ਇੰਪੋਰਟੈਂਟ ਕੁਐਸਚਨ ਨੇ। ਸੋ ਇਹਨਾਂ 'ਚੋਂ ਕਾਫੀ ਕੁਐਸਚਨ ਐਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਆ। ਸੋ ਜਿਨ੍ਹਾਂ ਨੇ ਹਾਲੇ ਤੱਕ ਪਹਿਲਾਂ ਵਾਲੇ ਭਾਗ ਰੀਡ ਨਹੀਂ ਕੀਤੇ ਤਾਂ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਜਾਂ ਫਿਰ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤੇ ਹੋਏ ਨੇ, ਇੱਥੇ ਜਾ ਕੇ ਰੀਡ ਕਰ ਸਕਦੇ ਨੇ। ਪਹਿਲੀ ਵਾਰ ਜੋ ਚੈਨਲ 'ਤੇ ਵਿਜ਼ਿਟ ਕਰ ਰਹੇ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਆਲ 'ਤੇ ਪ੍ਰੈਸ ਜ਼ਰੂਰ ਕਰ ਲਿਓ, ਤਾਂ ਤੁਹਾਨੂੰ ਡੇਲੀ ਕਲਾਸ ਦੀ ਅਪਡੇਟ ਹੈ ਜਿਹੜੀ ਮਿਲਦੀ ਰਹੇ। 6 ਵਜੇ ਕਲਾਸ ਦਾ ਜਿਹੜਾ ਈਵਨਿੰਗ ਟਾਈਮ ਹੁੰਦਾ ਹੈ। ਤਾਂ ਸਟਾਰਟ ਕਰਦੇ ਹਾਂ ਜੀ ਅਗਲੇ ਪ੍ਰਸ਼ਨ। ਤਾਂ ਪ੍ਰਸ਼ਨ ਨੰਬਰ 36 ਤੋਂ ਸਟਾਰਟ ਕਰਾਂਗੇ। ਕਲਹਨ ਦੀ ਰਚਨਾ ਸੀ ਰਾਜ ਤਰੰਗਣੀ, ਇਸ ਦਾ ਵਿਸ਼ਾ ਕੀ ਸੀਗਾ? ਸੋ ਇੱਥੇ ਕੁਐਸਚਨ ਬਣਦੇ ਹੈ ਕਿ ਰਾਜ ਤਰੰਗਣੀ ਕਿਸ ਦੇ ਦੁਆਰਾ ਲਿਖੀ ਗਈ ਸੀ? ਤਾਂ ਕਲਹਨ ਦੁਆਰਾ। ਤਾਂ ਇਹਦਾ ਵਿਸ਼ਾ ਕੀ ਸੀਗਾ? 4 ਆਪਸ਼ਨਾਂ ਨੇ: ਕਸ਼ਮੀਰ ਦਾ ਇਤਿਹਾਸ, ਲਾਹੌਰ ਵੰਸ਼ ਦਾ ਵਰਣਨ, ਅਰਥ ਸ਼ਾਸਤਰ ਜਾਂ ਫਿਰ ਰਾਜਨੀਤੀ। ਤਾਂ ਕਲਹਨ ਦੀ ਜਿਹੜੀ ਰਚਨਾ ਸੀ ਰਾਜ ਤਰੰਗਣੀ, ਇਸ ਦਾ ਵਿਸ਼ਾ ਸੀ ਜਿਹੜਾ ਆਪਸ਼ਨ ਊੜਾ ਕਸ਼ਮੀਰ ਦਾ ਇਤਿਹਾਸ ਸੀਗਾ। ਕਲਹਨ ਹੈ ਜਿਹੜਾ ਲਾਹੌਰ ਵੰਸ਼ ਦੇ ਸੰਸਥਾਪਕ ਜੋ ਜੈ ਸਿੰਘ ਸੀਗੇ, ਇਸ ਦੇ ਦਰਬਾਰ ਦਾ ਕਵੀ ਸੀ। ਤਾਂ ਇਹ ਵੀ ਪੁੱਛ ਲਿਆ ਜਾਂਦਾ ਸੀ ਕਿ ਜੈ ਸਿੰਘ ਦੇ ਦਰਬਾਰ ਦਾ ਕਵੀ ਕੌਣ ਸੀਗਾ? ਤਾਂ ਕਲਹਨ ਸੀਗਾ। ਅਤੇ ਜੋ ਜੈ ਸਿੰਘ ਸੀਗਾ ਉਹ ਲਾਹੌਰ ਵੰਸ਼ ਨਾਲ ਜਿਹੜਾ ਸੰਬੰਧਿਤ ਰੱਖਦਾ ਸੀ। ਅਗਲਾ ਪ੍ਰਸ਼ਨ ਹੈ, ਸਿਲੀਕਾਨ ਸਿਟੀ ਆਫ ਇੰਡੀਆ ਕਿਹੜੇ ਸ਼ਹਿਰ ਨੂੰ ਕਿਹਾ ਜਾਂਦਾ ਹੈ? ਹੈਦਰਾਬਾਦ, ਮੋਹਾਲੀ, ਬੰਗਲੌਰ ਜਾਂ ਫਿਰ ਮੁੰਬਈ ਨੂੰ। ਤਾਂ ਸਿਲੀਕਾਨ ਸਿਟੀ ਆਫ ਇੰਡੀਆ ਜਿਹੜਾ ਬੰਗਲੌਰ ਨੂੰ ਕਿਹਾ ਜਾਂਦਾ ਹੈ। ਆਪਸ਼ਨ ED ਰਾਈਟ ਆਨਸਰ ਬਣੇਗਾ। ਸੋ ਤੁਹਾਡੀ ਜਾਣਕਾਰੀ ਲਈ ਦੱਸ ਦਈਏ, ਜੋ ਅਮਰੀਕਾ ਰਾਜ ਦਾ ਕੈਲੀਫੋਰਨੀਆ ਸ਼ਹਿਰ ਹੈ ਤਾਂ ਇਸ ਨੂੰ ਵੀ ਸਿਲੀਕਾਨ ਘਾਟੀ ਹੈ ਜਿਹੜਾ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਭਾਰਤੀ ਸ਼ਹਿਰ ਜੋ ਬੰਗਲੌਰ ਹੈ, ਇਸ ਨੂੰ ਹੈ ਜੋ ਇਹ ਨਾਂ ਇਸੇ ਤੋਂ ਹੀ ਹੈ ਜਿਹੜਾ ਦਿੱਤਾ ਗਿਆ। ਇਸ ਤੋਂ ਇਲਾਵਾ ਬੰਗਲੌਰ ਨੂੰ ਭਾਰਤ ਦਾ ਇਲੈਕਟ੍ਰੋਨਿਕ ਸਿਟੀ ਵੀ ਕਿਹਾ ਜਾਂਦਾ ਹੈ। ਅਤੇ ਜੇ ਪੰਜਾਬ 'ਤੇ ਪੁੱਛਿਆ ਜਾਂਦਾ ਤਾਂ ਮੋਹਾਲੀ ਨੂੰ ਪੰਜਾਬ ਦਾ ਜਿਹੜਾ ਇਲੈਕਟ੍ਰੋਨਿਕ ਸਿਟੀ ਹੈ ਜਿਹੜਾ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਬੰਗਲੌਰ ਨੂੰ ਆਕਾਸ਼ ਦਾ ਸ਼ਹਿਰ ਅਤੇ ਭਾਰਤ ਦਾ ਬਾਗ ਹੈ ਜਿਹੜਾ ਇਹ ਵੀ ਕਿਹਾ ਜਾਂਦਾ ਹੈ। ਸੋ ਇਹ ਗੱਲਾਂ ਵੀ ਤੁਸੀਂ ਯਾਦ ਰੱਖਿਓ। ਅਗਲਾ ਕੁਐਸਚਨ ਹੈ, ਪਿੰਕ ਸਿਟੀ ਆਫ ਇੰਡੀਆ ਕਿਹੜੇ ਸ਼ਹਿਰ ਨੂੰ ਕਿਹਾ ਜਾਂਦਾ ਹੈ? ਅੰਮ੍ਰਿਤਸਰ, ਜੈਪੁਰ, ਕੋਲਕਾਤਾ ਜਾਂ ਫਿਰ ਜਮਸ਼ੇਦਪੁਰ ਨੂੰ। ਤਾਂ ਪਿੰਕ ਸਿਟੀ ਆਫ ਇੰਡੀਆ ਜਿਹੜਾ ਜੈਪੁਰ ਨੂੰ ਕਿਹਾ ਜਾਂਦਾ ਹੈ। ਆਪਸ਼ਨ ਆੜਾ ਰਾਈਟ ਆਨਸਰ ਬਣੇਗਾ। ਸੋ ਇਸ ਦਾ ਨਾਮ ਕਿਉਂ ਬਣਿਆ ਸੀਗਾ? ਜੋ ਰਾਜਾ ਜੈਪੁਰ ਹੈ ਜਿਹੜੀ ਰਾਜਸਥਾਨ ਦੀ ਰਾਜਧਾਨੀ ਹੈ, ਇਹਦੀ ਸਥਾਪਨਾ ਸੀ ਜਿਹੜੀ ਰਾਜਾ ਸਵਾਈ ਜੈ ਸਿੰਘ ਜੋ ਖਗੋਲ ਵਿਗਿਆਨੀ ਵੀ ਸੀਗਾ, ਇਸ ਨੇ 1727 ਦੇ ਵਿੱਚ ਕੀਤੀ ਸੀ। ਰਾਜਾ ਸਵਾਈ ਰਾਮ ਸਿੰਘ ਨੇ 1853 ਦੇ ਵਿੱਚ ਪ੍ਰਿੰਸ ਆਫ ਵਾਲਜ਼ ਇਹਨਾਂ ਦੇ ਆਉਣ ਦੀ ਖੁਸ਼ੀ ਦੇ ਵਿੱਚ ਜੋ ਜੈਪੁਰ ਸ਼ਹਿਰ ਸੀਗਾ ਇਸ ਨੂੰ ਗੁਲਾਬੀ ਰੰਗ ਜਿਹੜਾ ਕਰਵਾਇਆ ਸੀ। ਇਸ ਕਰਕੇ ਇਸ ਜੈਪੁਰ ਜੋ ਸ਼ਹਿਰ ਹੈ ਤਾਂ ਸਾਰਾ ਗੁਲਾਬੀ ਰੰਗ ਦਾ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਜੈਪੁਰ ਨੂੰ ਭਾਰਤ ਦਾ ਪੈਰਿਸ ਵੀ ਕਿਹਾ ਜਾਂਦਾ ਹੈ। ਤਾਂ ਇਸੇ ਕਰਕੇ ਪਿੰਕ ਸਿਟੀ ਆਫ ਇੰਡੀਆ ਜਿਹੜਾ ਜੈਪੁਰ ਸ਼ਹਿਰ ਨੂੰ ਕਿਹਾ ਜਾਂਦਾ, ਇੱਥੋਂ ਇਸ ਦਾ ਨਾਮ ਜਿਹੜਾ ਪਿਆ ਸੀ। ਸ਼ੁੱਧ ਸੋਨਾ ਕਿੰਨੇ ਕੈਰਟ ਦਾ ਹੁੰਦਾ ਹੈ? 24 ਕੈਰਟ, 22 ਕੈਰਟ, 18 ਕੈਰਟ ਜਾਂ ਫਿਰ 16 ਕੈਰਟ ਦਾ। ਤਾਂ ਸ਼ੁੱਧ ਸੋਨਾ ਹੈ ਜਿਹੜਾ ਉਹ 24 ਕੈਰਟ ਦਾ ਹੁੰਦਾ ਹੈ। ਸੋ ਹਰਜੀਤ ਹਰਮਨ ਦਾ ਸੌਂਗ ਵੀ ਤੁਸੀਂ ਸੁਣਿਆ ਹੋਣਾ। ਸੋ ਉਹਦੇ ਵਿੱਚ 24 ਕੈਰਟ ਦਾ ਜਿਹੜਾ ਨਾਮ ਲਿਆ ਜਾਂਦਾ ਹੈ। ਭਾਰਤ ਦੇ ਵਿੱਚ ਅਗਰ ਗਹਿਣੇ ਜਿਹੜੇ ਉਹ 22 ਕੈਰਟ ਸੋਨੇ ਦੇ ਬਣਾਏ ਜਾਂਦੇ ਨੇ, ਅਤੇ ਆਮ ਤੌਰ 'ਤੇ ਜਿਹੜਾ ਗਹਿਣੇ ਦੇ ਵਿੱਚ 18 ਕੈਰਟ ਸੋਨੇ ਦੀ ਜਿਹੜੀ ਵਰਤੋਂ ਕੀਤੀ ਜਾਂਦੀ ਹੈ। ਸੋਨਾ ਬਣਾਉਣ ਦੇ ਨਾਲ ਜਿਹੜਾ ਤਾਂਬੇ ਦਾ ਉਪਯੋਗ ਵੀ ਕੀਤਾ ਜਾਂਦਾ ਹੈ। 24 ਕੈਰਟ ਦੇ ਵਿੱਚ ਜਿਹੜਾ 4.80 ਗ੍ਰਾਮ ਹੈ ਜਿਹੜਾ ਸੋਨਾ ਹੁੰਦਾ ਹੈ। ਸੋ ਇਸ 'ਤੇ ਕੁਝ ਵੀ ਕੁਐਸਚਨ ਜਿਹੜਾ ਕੋਈ ਵੀ ਕੁਐਸਚਨ ਪੁੱਟ ਕੀਤਾ ਜਾ ਸਕਦਾ ਹੈ। ਅਗਲਾ ਪ੍ਰਸ਼ਨ ਹੈ, ਭਗਤੀ ਅੰਦੋਲਨ ਦਾ ਸੰਸਥਾਪਕ ਕੌਣ ਸੀਗਾ? ਸ਼ੰਕਰਾਚਾਰੀਆ, ਰਾਮਾਨੁਜ, ਚੈਤਨਿਆ ਮਹਾਪ੍ਰਭੂ ਜਾਂ ਫਿਰ ਰਾਮਾਨੰਦ। ਤਾਂ ਭਗਤੀ ਅੰਦੋਲਨ ਦਾ ਸੰਸਥਾਪਕ ਸੀ ਜਿਹੜੇ ਉਹ ਸ਼ੰਕਰਾਚਾਰੀਆ ਸੀ।
ऑप्शन ऊड़ा राइट आंसर बनेगा। ਹਰਸ਼ਵਰਧਨ ਜੋ ਰਾਜੇ ਹੋਏ ਨੇ ਸੋ ਉਹਨਾਂ ਸਮੇਂ ਦੱਖਣ ਭਾਰਤ ਤੋਂ ਭਗਤੀ ਅੰਦੋਲਨ ਸੀ ਜਿਹੜਾ ਇਹਦੀ ਸ਼ੁਰੂਆਤ ਹੋਈ ਸੀ। ਇਹਦੇ ਸੰਸਥਾਪਕ ਸੀਗੇ ਜੋ ਸ਼ੰਕਰਾਚਾਰੀਆ, ਤਾਂ ਇਹ ਕੇਰਲ ਦੇ ਰਹਿਣ ਵਾਲੇ ਸੀਗੇ। ਅਗਲਾ ਪ੍ਰਸ਼ਨ ਹੈ ਸਮਤਵਾਦ ਕਿਸ ਤਰ੍ਹਾਂ ਦੀ ਵਿਵਸਥਾ ਸੀ? ਸ਼ਹਿਰੀ ਵਿਵਸਥਾ, ਪੇਂਡੂ ਵਿਵਸਥਾ, ਉਪਰੋਕਤ ਦੋਨੋਂ ਜਾਂ ਫਿਰ ਕੋਈ ਨਹੀਂ। ਤਾਂ ਸਮਤਵਾਦ ਜਿਹੜੀ ਵਿਵਸਥਾ ਸੀ ਉਹ ਪੇਂਡੂ ਵਿਵਸਥਾ ਸੀ। ਆਪਸ਼ਨ ਆੜਾ ਰਾਈਟ ਆਨਸਰ ਬਣੇਗਾ। ਤਾਂ ਸਮਤਵਾਦ ਦੀ ਸ਼ੁਰੂਆਤ ਸੀ ਜਿਹੜੀ ਰੋਮ ਸਾਮਰਾਜ ਦੇ ਸਮਾਪਤ ਹੋਣ ਤੋਂ ਬਾਅਦ ਰੋਮ ਦੇ ਵਿੱਚ 5ਵੀਂ ਸਦੀ ਵਿੱਚ ਹੋਈ ਸੀ। ਸਮਤਵਾਦ ਦਾ ਅਰਥ ਹੁੰਦਾ ਹੈ ਭੂਮੀ ਭਾਗ ਜੋ ਲਾਰਡਾਂ ਜੰਗੀਰਦਾਰਾਂ ਨੂੰ ਦਿੱਤਾ ਜਾਂਦਾ ਸੀ। ਸੋ ਇਸ ਨੂੰ ਸਮਤਵਾਦ ਹੈ ਜਿਹੜਾ ਕਿਹਾ ਜਾਂਦਾ ਸੀ। ਇਹ ਪੇਂਡੂ ਵਿਵਸਥਾ ਸੀ। ਅਗਲਾ ਪ੍ਰਸ਼ਨ ਹੈ ਧਰਤੀ 'ਤੇ ਸਭ ਤੋਂ ਪਹਿਲਾਂ ਕਿਹੜੇ ਜੀਵ ਦੀ ਹੈ ਜਿਹੜੀ ਉਤਪੱਤੀ ਹੋਈ ਸੀ? ਮੱਛੀ, ਬਾਂਦਰ, ਕੱਛੂ ਜਾਂ ਫਿਰ ਮਨੁੱਖ ਦੀ? ਤਾਂ ਧਰਤੀ 'ਤੇ ਸਭ ਤੋਂ ਪਹਿਲਾਂ ਜਿਹੜਾ ਜੀਵ ਸੀ ਜਿਹਦੀ ਉਤਪੱਤੀ ਹੋਈ ਸੀ ਉਹ ਮੱਛੀ ਸੀ। ਆਪਸ਼ਨ ਊੜਾ ਰਾਈਟ ਆਨਸਰ ਆਏਗਾ। ਸੋ ਇਹਦੀ ਟਾਈਮਿੰਗ ਸੀ ਜਿਹੜੀ ਲਗਭਗ 350 ਲੱਖ ਸਾਲ ਪਹਿਲਾਂ ਮੱਛੀ ਦਾ ਜਿਹੜਾ ਜਨਮ ਹੋਇਆ ਸੀ। ਇਸ ਤੋਂ ਬਾਅਦ ਜੀਵ ਵਿਕਾਸ ਦੀ ਜੋ ਪ੍ਰਕਿਰਿਆ ਸੀ ਉਹ ਹੌਲੀ ਹੌਲੀ ਸ਼ੁਰੂ ਹੋਈ ਸੀ। ਪਹਿਲਾਂ ਪਾਣੀ ਵਾਲੇ ਜੋ ਪਾਣੀ ਦੇ ਵਿੱਚ ਰਹਿਣ ਵਾਲੇ ਜੀਵ ਸੀ ਜਿਵੇਂ ਮੱਛੀ, ਡੱਡੂ, ਮਗਰਮੱਛ, ਸੱਪ ਆਦਿ। ਸੋ ਮਨੁੱਖ ਦੇ ਬਾਰੇ ਅਲੱਗ-ਅਲੱਗ ਵਿਦਵਾਨਾਂ ਦੇ ਜਿਹੜੇ ਉਹ ਮਤ ਨੇ, ਕੋਈ 10 ਲੱਖ ਸਾਲ ਪਹਿਲਾਂ ਕਹਿੰਦਾ ਅਤੇ ਕੋਈ 20 ਲੱਖ ਸਾਲ ਪਹਿਲਾਂ। ਤਾਂ ਇਹ ਆਪਸ਼ਨ ਦੇ ਵਿੱਚ ਤੁਸੀਂ ਦੇਖ ਲਿਓ, ਜੇ 10 ਲੱਖ ਆਉਂਦਾ ਤਾਂ ਉਸ 'ਤੇ ਟਿਕ ਕਰ ਦਿਓ, ਜੇ 20 ਲੱਖ ਆਉਂਦਾ ਤਾਂ ਉਸ 'ਤੇ ਕਰ ਲਿਓ, ਜੇ ਬਹੁਤ ਆਉਂਦਾ 10 ਅਤੇ 20 ਆਉਂਦਾ ਤਾਂ ਉਹ ਹਿਸਾਬ ਨਾਲ ਟਿਕ ਕਰ ਲਿਓ। ਇਸ ਤੋਂ ਇਲਾਵਾ ਜੇ ਪੁੱਛਿਆ ਜਾਂਦਾ ਕਿ ਮਨੁੱਖ ਦੇ ਵਡੇਰੇ ਕੌਣ ਸੀਗੇ? ਵਾਨਰ, ਗੁਰੀਲਾ ਅਤੇ ਚਪੈਂਜੀ। ਇਹ ਮਨੁੱਖ ਦੇ ਵਡੇਰੇ ਆ ਜਿਹੜੇ ਮੰਨੇ ਜਾਂਦੇ ਆ। ਅਗਲਾ ਪ੍ਰਸ਼ਨ ਹੈ ਰਿੰਗ ਫੈਂਸ ਦਾ ਸੰਬੰਧ ਸੀ ਲਾਰਡ ਡਲਹੌਜੀ ਨਾਲ, ਲਾਰਡ ਹੇਸਟਿੰਗਜ਼ ਨਾਲ, ਲਾਰਡ ਇਰਵਿਨ ਨਾਲ ਜਾਂ ਫਿਰ ਹੈਨਰੀ ਲਾਰੈਂਸ ਨਾਲ? ਤਾਂ ਇਹਦਾ ਸੰਬੰਧ ਸੀਗਾ ਜੀ ਆਪਸ਼ਨ ਆੜਾ ਲਾਰਡ ਹੇਸਟਿੰਗਜ਼ ਦੇ ਨਾਲ। ਆਪਸ਼ਨ ਆੜਾ ਰਾਈਟ ਆਨਸਰ ਬਣੇਗਾ। ਸੋ ਚੱਲਦੀ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ। ਮੁਗਲ ਕਾਲ ਵਿੱਚ ਵਤਨ ਜਾਗੀਰਾਂ ਦਿੱਤੀਆਂ ਜਾਂਦੀਆਂ ਸਨ। ਕਿਹਨਾਂ ਨੂੰ ਦਿੱਤੀਆਂ ਜਾਂਦੀਆਂ ਸੀ? ਰਾਜਪੂਤਾਂ ਨੂੰ, ਪੰਡਿਤਾਂ ਨੂੰ, ਮਨਸਬਦਾਰਾਂ ਨੂੰ ਜਾਂ ਫਿਰ ਮੌਲਵੀਮਾਂ ਨੂੰ? ਤਾਂ ਮੁਗਲ ਕਾਲ ਦੇ ਵਿੱਚ ਜੋ ਵਤਨ ਜਾਗੀਰਾਂ ਸੀ ਇਹ ਰਾਜਪੂਤਾਂ ਨੂੰ ਦਿੱਤੀਆਂ ਜਾਂਦੀਆਂ ਸੀ। ਆਪਸ਼ਨ ਊੜਾ ਰਾਈਟ ਆਨਸਰ ਆਏਗਾ। ਸੋ ਇਹ ਜਾਗੀਰਾਂ 4 ਤਰ੍ਹਾਂ ਦੀਆਂ ਹੁੰਦੀਆਂ ਸੀ: ਜਾਗੀਰੇ ਤਨਖਾਹ, ਮਸ਼ਰੂਤ ਜਾਗੀਰ, ਇਨਾਮ ਜਾਗੀਰ ਅਤੇ ਵਤਨ ਜਾਗੀਰ। ਤਾਂ ਜਿਹੜੀ ਜਾਗੀਰੇ ਤਨਖਾਹ ਸੀ ਤਾਂ ਇਹ ਮਨਸਬਦਾਰਾਂ ਨੂੰ ਤਨਖਾਹ ਦੇ ਬਦਲੇ ਦਿੱਤੀ ਜਾਣ ਵਾਲੀ ਜਾਗੀਰ ਸੀ। ਮਸ਼ਰੂਤ ਜਾਗੀਰ ਸੀ ਜਿਹੜੀ ਤਾਂ ਇਹ ਮਨਸਬਦਾਰਾਂ ਨੂੰ ਕਿਸੇ ਸ਼ਰਤ ਲਈ ਦਿੱਤੀ ਜਾਣ ਵਾਲੀ ਜਾਗੀਰ ਸੀ। ਇਨਾਮ ਜਾਗੀਰ ਸੀ ਜਿਹੜੀ ਤਾਂ ਇਹ ਕਿਸੇ ਫਰਜ਼ ਦੇ ਆਧਾਰ 'ਤੇ ਦਿੱਤੀ ਜਾਣ ਵਾਲੀ ਜਾਗੀਰ ਸੀ। ਵਤਨ ਜਾਗੀਰ ਸੀ ਇਹ ਉਹ ਜਾਗੀਰਾਂ ਸੀ ਜਿਨ੍ਹਾਂ ਨੂੰ ਤਬਦੀਲ ਨਹੀਂ ਕੀਤਾ ਜਾ ਸਕਦਾ ਸੀ। ਬਾਦਸ਼ਾਹ ਕੋਲ ਜਾਗੀਰ ਨੂੰ ਖਾਲਿਸਾ ਜਿਹੜਾ ਉਹ ਵੀ ਕਿਹਾ ਜਾਂਦਾ ਸੀ। ਅਗਲਾ ਪ੍ਰਸ਼ਨ ਹੈ ਆਜ਼ਾਦ ਹਿੰਦ ਫੌਜ ਦਾ ਮੁੱਢਲਾ ਸੰਸਥਾਪਕ ਕੌਣ ਸੀ? ਸੁਭਾਸ਼ ਚੰਦਰ ਬੋਸ, ਰਾਸ ਬਿਹਾਰੀ ਬੋਸ, ਕੈਪਟਨ ਮੋਹਨ ਸਿੰਘ ਜਾਂ ਫਿਰ ਲਾਲਾ ਹਰਦਿਆਲ? ਤਾਂ ਇੱਥੇ ਮੁੱਢਲਾ ਸੰਸਥਾਪਕ ਹੈ ਜਿਹੜਾ ਪੁੱਛਿਆ ਗਿਆ। ਤਾਂ ਆਜ਼ਾਦ ਹਿੰਦ ਫੌਜ ਦਾ ਮੁੱਢਲਾ ਸੰਸਥਾਪਕ ਸੀ ਜਿਹੜਾ ਆਪਸ਼ਨ ਈਡੀ ਕੈਪਟਨ ਮੋਹਨ ਸਿੰਘ ਸੀਗਾ। ਆਜ਼ਾਦ ਹਿੰਦ ਫੌਜ ਦੀ ਜਿਹੜੀ ਸਥਾਪਨਾ ਸੀ ਤਾਂ ਇਸ ਦਾ ਜਿਹੜਾ ਵਿਚਾਰ ਸੀ ਉਹ ਕੈਪਟਨ ਮੋਹਨ ਸਿੰਘ ਦਾ ਸੀਗਾ। 1 ਦਸੰਬਰ 1942 ਨੂੰ ਇਹ ਜਿਹੜੀ ਸਥਾਪਨਾ ਕੀਤੀ ਸੀ, ਪਰ ਇਹ ਅਸਫਲ ਰਹੀ ਸੀ। ਇਸ ਤੋਂ ਬਾਅਦ ਰਾਸ ਬਿਹਾਰੀ ਬੋਸ ਨੇ 1943 ਦੇ ਵਿੱਚ ਇਹਦੀ ਸਥਾਪਨਾ ਕੀਤੀ ਸੀ ਅਤੇ ਸੁਭਾਸ਼ ਚੰਦਰ ਬੋਸ ਨੂੰ ਇਹਦਾ ਸੈਨਾਪਤੀ ਹੈ ਜਿਹੜਾ ਬਣਾਇਆ ਗਿਆ ਸੀ। ਅਗਲਾ ਪ੍ਰਸ਼ਨ ਹੈ ਮਾਂਟੇਗਿਊ ਚੈਮਸਫੋਰਡ ਸੁਧਾਰ ਅਧੀਨਿਯਮ ਦੇ ਸੰਬੰਧ ਵਿੱਚ ਸਾਨੂੰ ਬਿਨਾਂ ਸੂਰਜ ਤੋਂ ਸਵੇਰ ਦਿੱਤੀ ਗਈ ਇਹ ਕਿਸ ਨੇ ਕਿਹਾ ਸੀ? ਇਹ ਕਿਹਦਾ ਕਥਨ ਸੀ? ਮਹਾਤਮਾ ਗਾਂਧੀ, ਬਾਲ ਗੰਗਾਧਰ ਤਿਲਕ, ਜਵਾਹਰ ਲਾਲ ਨਹਿਰੂ ਜਾਂ ਫਿਰ ਸੁਭਾਸ਼ ਚੰਦਰ ਬੋਸ? ਤਾਂ ਇਹ ਕਿਹਾ ਸੀਗਾ ਜੀ ਬਾਲ ਗੰਗਾਧਰ ਤਿਲਕ ਨੇ, ਜਿਹੜੀ ਸਾਨੂੰ ਬਿਨਾਂ ਸੂਰਜ ਤੋਂ ਜਿਹੜੀ ਸਵੇਰ ਦਿੱਤੀ ਗਈ ਹੈ
ਅਗਲਾ ਪ੍ਰਸ਼ਨ ਹੈ, ਕਿਹੜੇ ਅੰਗਰੇਜ਼ ਅਧਿਕਾਰੀ ਦੇ ਕਾਰਜਕਾਲ ਵਿੱਚ ਉੱਚੇ ਪਦਾਂ 'ਤੇ ਭਾਰਤੀਆਂ ਦੀ ਨਿਯੁਕਤੀ ਹੈ ਜਿਹੜੀ ਉਹ ਕੀਤੀ ਜਾਣ ਲੱਗੀ ਸੀ? ਲਾਰਡ ਕਲਾਈਵ, ਲਾਰਡ ਕੈਨਿੰਗ, ਲਾਰਡ ਵਿਲੀਅਮ ਬੈਂਟਿੰਗ ਜਾਂ ਫਿਰ ਲਾਰਡ ਰਿਪਨ? ਤਾਂ ਇਹ ਸੀਗੇ ਜੀ ਲਾਰਡ ਵਿਲੀਅਮ ਬੈਂਟਿੰਗ। ਇਹਨਾਂ ਦੇ ਸਮੇਂ ਹੈ ਜਿਹੜੇ ਪੰਜਾਬੀ ਸੀ ਇਹਨਾਂ ਨੂੰ ਉੱਚੇ ਪਦਾਂ 'ਤੇ ਨਿਯੁਕਤ ਜਿਹੜਾ ਕੀਤਾ ਜਾਣ ਲੱਗ ਗਿਆ ਸੀ ਇਸ ਅੰਗਰੇਜ਼ ਅਧਿਕਾਰੀ ਦੇ ਕਾਰਜਕਾਲ ਦੇ ਵਿੱਚ। ਇਸ ਤੋਂ ਇਲਾਵਾ 1806 ਈਸਵੀ ਵਿੱਚ ਮੱਥੇ 'ਤੇ ਜਾਤੀ ਸੂਚਕ ਚਿੰਨ੍ਹ ਨਾ ਲਗਾਉਣ ਅਤੇ ਕੰਨਾਂ ਵਿੱਚ ਵਾਲੀਆਂ ਨਾ ਪਹਿਨਣ ਕਰਕੇ ਰੋਸ ਵਜੋਂ ਵੇਲੋਰ ਦੇ ਸੈਨਿਕਾਂ ਨੇ ਜਿਹੜਾ ਵਿਦਰੋਹ ਵੀ ਕੀਤਾ ਸੀ। ਅਗਲਾ ਪ੍ਰਸ਼ਨ ਹੈ, ਪਲਾਸੀ ਦੀ ਲੜਾਈ ਦਾ ਕਿਹੜਾ ਨਤੀਜਾ ਅਢੁਕਵਾਂ ਹੈ? ਕੰਪਨੀ ਨੂੰ ਆਰਥਿਕ ਲਾਭ, ਭਾਰਤ ਨੂੰ ਜਿੱਤਣ ਦਾ ਰਾਹ ਪੱਧਰਾ ਹੋਣਾ ਜਾਂ ਫਰਾਂਸੀਸੀਆਂ ਦੀ ਸ਼ਕਤੀ 'ਚ ਵਾਧਾ ਜਾਂ ਬੰਗਾਲ ਦੀ ਅਸਲੀ ਮਾਲਕ ਕੰਪਨੀ ਬਣ ਗਈ ਸੀ? ਤਾਂ ਜਿਹੜਾ ਇਹਦਾ ਰਾਈਟ ਆਨਸਰ ਬਣੇਗਾ ਉਹ ਈਡੀ ਬਣੇਗਾ। ਫਰਾਂਸੀਸੀਆਂ ਦੀ ਸ਼ਕਤੀ 'ਚ ਵਾਧਾ ਇਹ ਨਤੀਜਾ ਜਿਹੜਾ ਢੁਕਵਾਂ ਹੈ ਪਲਾਸੀ ਦੀ ਲੜਾਈ ਜੋ 1757 ਦੀ ਸੀ। ਆਪਸ਼ਨ ਈਡੀ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ, ਵਿਲੀਅਮ ਬੈਂਟਿਕ ਨੇ ਕਿਹੜੇ ਸਮਾਜਿਕ ਸੁਧਾਰ ਵਿੱਚ ਆਪਣਾ ਯੋਗਦਾਨ ਹੈ ਜਿਹੜਾ ਉਹ ਨਹੀਂ ਪਾਇਆ ਸੀ? ਸਤੀ ਪ੍ਰਥਾ 'ਤੇ ਰੋਕ, ਮਨੁੱਖ ਬਲੀ 'ਤੇ ਰੋਕ, ਬਾਲ ਵਿਆਹ 'ਤੇ ਰੋਕ, ਕੰਨਿਆ ਹੱਤਿਆ 'ਤੇ ਰੋਕ? ਤਾਂ ਜਿਹੜਾ ਯੋਗਦਾਨ ਨਹੀਂ ਪਾਇਆ ਸੀ ਉਹ ਆਪਸ਼ਨ ਈਡੀ ਸੀ, ਬਾਲ ਵਿਆਹ 'ਤੇ ਰੋਕ। ਤਾਂ ਇਹਦੇ ਵਿੱਚ ਹੈ ਜਿਹੜਾ ਵਿਲੀਅਮ ਬੈਂਟਿਕ ਹੋਏ ਨੇ ਸਮਾਜਿਕ ਸੁਧਾਰ ਵਿੱਚ ਆਪਣਾ ਯੋਗਦਾਨ ਹੈ ਜਿਹੜਾ ਨਹੀਂ ਪਾਇਆ ਸੀ। ਅਗਲਾ ਪ੍ਰਸ਼ਨ ਹੈ, ਕਿਹੜੇ ਅੰਗਰੇਜ਼ ਅਧਿਕਾਰੀ ਨੇ ਲਾਰਡ ਕਾਰਨਵਾਲਿਸ ਦੁਆਰਾ ਸਥਾਪਿਤ ਪ੍ਰਾਂਤਕ ਅਦਾਲਤਾਂ ਨੂੰ ਖਤਮ ਕਰ ਦਿੱਤਾ ਸੀ? ਲਾਰਡ ਕਲਾਈਵ, ਵਿਲੀਅਮ ਬੈਂਟਿਕ, ਲਾਰਡ ਡਲਹੌਜੀ ਜਾਂ ਫਿਰ ਲਾਰਡ ਮਿੰਟੋ ਨੇ? ਤਾਂ ਪ੍ਰਾਂਤਕ ਅਦਾਲਤਾਂ ਨੂੰ ਜਿਹੜਾ ਖਤਮ ਕੀਤਾ ਸੀ ਉਹ ਵਿਲੀਅਮ ਬੈਂਟਿਕ ਨੇ ਸੀਗਾ। ਆਪਸ਼ਨ ਆੜਾ ਜੋ ਅੰਗਰੇਜ਼ ਅਧਿਕਾਰੀ ਸੀ। ਤਾਂ ਇਹਨਾਂ ਨੇ ਲਾਰਡ ਕਾਰਨਵਾਲਿਸ ਦੇ ਦੁਆਰਾ ਜੋ ਸਥਾਪਿਤ ਪ੍ਰਾਂਤਕ ਅਦਾਲਤਾਂ ਸੀ ਉਹਨਾਂ ਨੂੰ ਖਤਮ ਕਰ ਦਿੱਤਾ ਸੀ। ਜੇ ਪੁੱਛ ਲਿਆ ਜਾਵੇ ਪ੍ਰਾਂਤਕ ਅਦਾਲਤਾਂ ਦੀ ਸਥਾਪਨਾ ਕਿਹਨੇ ਕੀਤੀ ਸੀ ਤਾਂ ਕੁਐਸਚਨ 'ਚ ਆਨਸਰ ਹੀ ਪਏਗਾ ਲਾਰਡ ਕਾਰਨਵਾਲਿਸ ਨੇ। ਅਗਲਾ ਪ੍ਰਸ਼ਨ ਹੈ, ਬਨੌਟੀ ਉਪਗ੍ਰਹਿ ਵਾਯੂਮੰਡਲ ਦੀ ਕਿਹੜੀ ਪਰਤ ਵਿੱਚ ਸਥਾਪਿਤ ਕੀਤੇ ਜਾਂਦੇ ਨੇ? ਆਇਨ ਮੰਡਲ, ਸਮਤਾਪ ਮੰਡਲ, ਅਸ਼ਾਂਤ ਮੰਡਲ ਜਾਂ ਫਿਰ ਮੱਧਵਰਤੀ ਮੰਡਲ? ਤਾਂ ਇਹ ਕੀਤੇ ਜਾਂਦੇ ਜੀ ਆਪਸ਼ਨ ਊੜਾ ਆਇਨ ਮੰਡਲ ਦੇ ਵਿੱਚ। ਬਨੌਟੀ ਉਪਗ੍ਰਹਿ ਨੇ ਜਿਹੜੇ ਇਹ ਆਇਨ ਮੰਡਲ ਜੋ ਪਰਤ ਹੈ ਇਹਦੇ ਵਿੱਚ ਸਥਾਪਿਤ ਕੀਤੇ ਜਾਂਦੇ ਨੇ। ਅਗਲਾ ਪ੍ਰਸ਼ਨ ਹੈ, ਸਮੁੰਦਰ ਦੀ ਡੂੰਘਾਈ ਮਾਪਣ ਵਾਲਾ ਯੰਤਰ ਕਿਹੜਾ ਹੈ? ਉਸਨੂੰ ਕੀ ਕਿਹਾ ਜਾਂਦਾ ਹੈ? ਫੋਨੋਮੀਟਰ, ਅਮੀਨੋਮੀਟਰ, ਹਾਈਡਰੋਮੀਟਰ ਜਾਂ ਫਿਰ ਫੈਦੋਮੀਟਰ? ਤਾਂ ਸਮੁੰਦਰ ਦੀ ਡੂੰਘਾਈ ਮਾਪਣ ਵਾਲਾ ਜਿਹੜਾ ਯੰਤਰ ਹੁੰਦਾ ਹੈ ਤਾਂ ਉਸ ਨੂੰ ਫੈਦੋਮੀਟਰ ਕਿਹਾ ਜਾਂਦਾ ਹੈ। ਆਪਸ਼ਨ ਸੱਸਾ ਰਾਈਟ ਆਨਸਰ ਬਣੇਗਾ। ਇਸ ਤੋਂ ਇਲਾਵਾ ਸਮੁੰਦਰ ਦੀ ਡੂੰਘਾਈ ਦਾ ਜੋ ਮਾਪਕ ਹੁੰਦਾ ਤਾਂ ਉਸ ਨੂੰ ਫੈਦਮ ਵੀ ਕਿਹਾ ਜਾਂਦਾ ਹੈ। ਇੱਕ ਫੈਦਮ ਹੈ ਜਿਹੜਾ 6 ਫੁੱਟ ਦੇ ਬਰਾਬਰ ਹੁੰਦਾ ਹੈ। ਇਸ ਤੋਂ ਇਲਾਵਾ ਸਮੁੰਦਰ ਵਿੱਚ ਡੁੱਬੀਆਂ ਹੋਈਆਂ ਵਸਤੂਆਂ ਦਾ ਪਤਾ ਲਗਾਇਆ ਜਾਂਦਾ ਹੈ। ਇਹਦੇ ਲਈ ਜਿਹੜਾ ਅਲਟਰਾਸੋਨਿਕ ਤਰੰਗਾਂ ਦਾ ਉਪਯੋਗ ਹੈ ਉਹ ਵੀ ਕੀਤਾ ਜਾਂਦਾ ਹੈ। ਮਨੁੱਖ ਪਰ ਇਹਨਾਂ ਤਰੰਗਾਂ ਨੂੰ ਜਿਹੜਾ ਨਹੀਂ ਸੁਣ ਸਕਦਾ। ਕੁੱਤਾ, ਬਿੱਲੀ, ਚਮਗਿੱਦੜ, ਚਿੜੀ ਅਤੇ ਡੋਲਫਿਨ ਇਹਨਾਂ ਤਰੰਗਾਂ ਨੂੰ ਸੁਣ ਸਕਦੇ ਨੇ। ਅਗਲਾ ਪ੍ਰਸ਼ਨ ਹੈ, ਭਾਰਤੀ ਨਾਗਰਿਕਾਂ ਨੂੰ ਸੰਵਿਧਾਨ ਦੇ ਕਿਹੜੇ ਅਨੁਛੇਦ ਅਧੀਨ ਮੁਤਾਬਕ ਜਿਹੜਾ ਰਾਸ਼ਟਰੀ ਝੰਡਾ ਲਹਿਰਾਉਣ ਦਾ ਅਧਿਕਾਰ ਹੈ? 19 ਦਾ 1, ਆਪਸ਼ਨ ਆੜਾ 21, 17 ਜਾਂ ਫਿਰ 25? ਤਾਂ ਇਹ ਅਨੁਛੇਦ ਹੈ ਜੀ 19 ਦਾ 1। ਸੰਵਿਧਾਨ ਦੇ ਵਿੱਚ ਇਹ ਅਨੁਛੇਦ ਹੈ ਜਿਹਦੇ ਤਹਿਤ ਭਾਰਤੀ ਨਾਗਰਿਕਾਂ ਨੂੰ ਰਾਸ਼ਟਰੀ ਝੰਡਾ ਲਹਿਰਾਉਣ ਦਾ ਅਧਿਕਾਰ ਹੈ ਅਤੇ ਅਨੁਛੇਦ 19 ਦੇ ਵਿੱਚ ਹੈ ਜਿਹੜੀ ਉਹ ਆਜ਼ਾਦੀ ਸੰਬੰਧੀ ਹੈ। ਇਸ ਤੋਂ ਇਲਾਵਾ 19(1) ਵਿੱਚ ਜਿਹੜਾ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਹੈ, ਪ੍ਰੈਸ ਦੀ ਆਜ਼ਾਦੀ ਹੈ, ਸੂਚਨਾ ਦੀ ਆਜ਼ਾਦੀ ਹੈ। 19(1) ਜੇ ਖੱਖਾ ਪੁੱਛਿਆ ਜਾਂਦਾ ਤਾਂ ਇਹਦੇ ਵਿੱਚ ਸ਼ਾਂਤੀਪੂਰਨ ਸੰਮੇਲਨ ਕਰਨ ਦੀ ਆਜ਼ਾਦੀ ਹੈ। 19(1) ਦਾ ਗੱਗਾ ਪੁੱਛਿਆ ਜਾਂਦਾ ਹੈ ਤਾਂ ਇਹਦੇ ਵਿੱਚ ਸੰਘ ਬਣਾਉਣ ਦੀ ਆਜ਼ਾਦੀ ਆ ਜਾਏਗੀ। 19(1) ਦਾ ਘੱਗਾ ਪੁੱਛਿਆ ਜਾਏਗਾ ਤਾਂ ਭਾਰਤ ਦੇ ਵਿੱਚ ਸੁਤੰਤਰ ਰੂਪ ਦੇ ਵਿੱਚ ਘੁੰਮਣ ਦੀ ਆਜ਼ਾਦੀ ਆ ਜਾਏਗੀ।
ਅਗਰ 19-1 ਦਾ ਫੱਫਾ ਪੁੱਛਿਆ ਜਾਂਦਾ ਹੈ ਤਾਂ ਜੰਮੂ ਕਸ਼ਮੀਰ ਨੂੰ ਛੱਡ ਕੇ ਭਾਰਤ ਦੇ ਬਾਕੀ ਰਾਜਾਂ ਵਿੱਚ ਨਿਵਾਸ ਕਰਨ ਅਤੇ ਰਹਿਣ ਦੀ ਵਸਣ ਦੀ ਆਜ਼ਾਦੀ ਆ ਜਾਏਗੀ। ਅਗਲਾ ਪ੍ਰਸ਼ਨ ਹੈ, ਤਿਰੰਗੇ ਦੀ ਲੰਬਾਈ ਅਤੇ ਚੌੜਾਈ ਦਾ ਅਨੁਪਾਤ ਕਿੰਨਾ ਹੁੰਦਾ ਹੈ? 3.3:4, 2:4, 2:3 ਜਾਂ ਫਿਰ 3:2। ਸੋ ਲੰਬਾਈ ਅਤੇ ਚੌੜਾਈ 'ਚ ਧਿਆਨ ਰੱਖਣਾ, ਕਈ ਵਾਰ ਚੌੜਾਈ ਪਹਿਲਾਂ ਪਾ ਦਿੰਦੇ, ਲੰਬਾਈ ਬਾਅਦ 'ਚ ਪਾ ਦਿੰਦੇ, ਤਾਂ ਆਨਸਰ ਹੈ ਜਿਹੜਾ ਚੇਂਜ ਹੋ ਜਾਏਗਾ। ਤਾਂ ਲੰਬਾਈ ਅਤੇ ਚੌੜਾਈ ਦਾ ਜਿਹੜਾ ਤਿਰੰਗੇ ਦੀ ਅਨੁਪਾਤ ਹੁੰਦਾ ਹੈ ਉਹ 3:2 ਹੁੰਦਾ ਹੈ। ਸੱਸਾ ਜਿਹੜਾ ਸਾਡਾ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ, ਨਗਰ ਨਿਗਮ ਸੰਸਥਾ ਵਿੱਚ ਔਰਤਾਂ ਲਈ ਰਾਖਵਾਂਕਰਨ ਕਿੰਨਾ ਹੁੰਦਾ ਹੈ? 1/3, 2/3, 1/4 ਜਾਂ ਫਿਰ 1/5। ਤਾਂ ਇਹ ਹੁੰਦਾ ਜੀ 1/3। ਨਗਰ ਨਿਗਮ ਜੋ ਸੰਸਥਾ ਹੁੰਦੀ ਹੈ ਤਾਂ ਇਹਦੇ ਵਿੱਚ 1/3 ਔਰਤਾਂ ਲਈ ਰਾਖਵਾਂਕਰਨ ਹੈ ਜਿਹੜਾ ਹੁੰਦਾ ਹੈ। ਇਸ ਤੋਂ ਇਲਾਵਾ ਗ੍ਰਾਮ ਪੰਚਾਇਤਾਂ, ਬਲਾਕ ਸੰਮਤੀ, ਨਗਰ ਪੰਚਾਇਤ, ਨਗਰ ਪਾਲਿਕਾਵਾਂ ਦੇ ਵਿੱਚ ਔਰਤਾਂ ਲਈ ਜਿਹੜਾ 33% ਰਾਖਵਾਂਕਰਨ ਹੁੰਦਾ ਹੈ। ਪੰਚਾਇਤੀ ਵਿਵਸਥਾ ਵਿੱਚ ਬਿਹਾਰ ਸਭ ਤੋਂ ਪਹਿਲਾਂ, ਉੱਤਰਾਖੰਡ ਅਤੇ ਮੱਧ ਪ੍ਰਦੇਸ਼ ਦੇ ਵਿੱਚ ਔਰਤਾਂ ਲਈ ਜਿਹੜਾ 50% ਰਾਖਵਾਂਕਰਨ ਹੈ। ਅਤੇ 74ਵੀਂ ਸੰਵਿਧਾਨਕ ਸੋਧ 1952 ਇਸ ਵੀ ਰਾਹੀਂ ਨਗਰਾਂ ਦੇ ਵਿੱਚ ਸਥਾਨਕ ਸ਼ਾਸਨ ਸੰਸਥਾਵਾਂ ਦੀ ਜਿਹੜੀ ਸਥਾਪਨਾ ਕੀਤੀ ਗਈ ਸੀ। ਸੋ ਇਹਨਾਂ ਦਾ ਜ਼ਿਕਰ ਹੈ ਜਿਹੜਾ 12ਵੀਂ ਅਨੁਸੂਚੀ ਦੇ ਵਿੱਚ ਕੀਤਾ ਗਿਆ। ਸੋ ਦੋਸਤੋ, ਇਹ ਅਗਲੇ ਭਾਗ ਦੇ ਅਗਲੇ ਮੋਸਟ ਇੰਪੋਰਟੈਂਟ ਕੁਐਸਚਨ ਸੀ। ਵੀਡੀਓ ਚੰਗੀ ਲੱਗੇ ਲਾਈਕ, ਕਮੈਂਟ, ਅੱਗੇ ਸ਼ੇਅਰ ਜ਼ਰੂਰ ਕਰਦਿਆ ਕਰੋ ਜਿਹਦੇ ਵੀ ਗਰੁੱਪ ਵਿੱਚ ਤੁਸੀਂ ਐਡ ਹੁੰਦੇ ਹੋ, ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਆਡੀਅנס ਆਪਣੇ ਨਾਲ ਜੁੜ ਸਕੇ, ਕਿਉਂਕਿ ਇਹਦੀ ਕੋਈ ਵੀ ਫੀਸ ਹੈ ਜਿਹੜੀ ਨਹੀਂ ਲਈ ਜਾਂਦੀ। PDF ਨੋਟਸ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਬਹੁਤ ਸਾਰੇ ਟੌਪਿਕ 'ਤੇ ਤੁਹਾਨੂੰ ਮਿਲ ਜਾਣਗੇ ਸਾਈਟ 'ਤੇ। ਸਾਈਟ ਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ, ਉੱਥੇ ਜਾ ਕੇ PDF ਨੋਟਿਸ ਹੈ ਜਿਹੜੇ ਤੁਸੀਂ ਡਾਊਨਲੋਡ ਕਰ ਸਕਦੇ ਹੋ। ਸੋ ਮਿਲਦੇ ਹਾਂ ਜੀ ਅਗਲੇ ਨਵੇਂ ਭਾਗ ਦੇ ਵਿੱਚ ਅਗਲੇ ਨਵੇਂ ਪ੍ਰਸ਼ਨਾਂ ਨਾਲ। ਉਹ ਤੱਕ ਲਈ ਧੰਨਵਾਦ ਜੀ।